ਧੰਨ ਗੁਰੂ ਰਾਮਦਾਸ ਜੀ ਚੈਨਲ ਨਾਲ ਜੁੜੀ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਾਡੀ ਸਮੁੱਚੀ ਹੀ ਟੀਮ ਵੱਲੋਂ ਆਪ ਜੀ ਦਾ ਸ਼ੁਕਰੀਆ। ਸਾਧ ਸੰਗਤ ਜੀ, ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਮੈਂਟ ਕਰਕੇ ਆਪਣਾ ਪਿਆਰ ਤੇ ਆਸ਼ੀਰਵਾਦ ਜ਼ਰੂਰ ਦਿਓ। ਅੱਜ ਆਪਾਂ ਵਿਚਾਰ ਕਰਾਂਗੇ ਸਾਧ ਸੰਗਤ ਜੀ, ਦੁੱਖ ਵੇਲੇ ਅਰਦਾਸ ਜੇ ਕਰੀਏ ਤੇ ਬੜੀ ਕੰਮ ਆਉਂਦੀ ਹੈ। ਅਰਦਾਸ ਦੁੱਖ ਵਿੱਚ ਕਰੀਏ, ਦਿਲੋਂ ਕਰੀਏ, ਜ਼ਰੂਰ ਕਬੂਲ ਹੁੰਦੀ ਹੈ। ਐਸੀ ਹੀ ਇੱਕ ਅੱਜ ਆਪਾਂ ਘਟਨਾ ਦਾ ਜ਼ਿਕਰ ਕਰਾਂਗੇ। ਸਾਧ ਸੰਗਤ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਦਬਾ ਲਓ, ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਰਹਿਣ ਵਾਲਾ ਇੱਕ ਤੇਜਪਾਲ, ਉਹਨੇ ਬੜੀ ਇੱਕ ਹੈਰਾਨੀਜਨਕ ਆਪਣੀ ਜ਼ਿੰਦਗੀ ਵਿੱਚ ਹੋਈ ਘਟਨਾ ਦੱਸੀ। ਤੇਜਪਾਲ ਕਹਿੰਦਾ ਵੀ ਮੈਂ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਅਤੇ ਮੇਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਟੈਕਸੀਆਂ ਦਾ ਆਪਦਾ ਕੰਮ ਹੈ। ਉਹ ਕਹਿੰਦਾ ਵੀ ਮੇਰਾ ਅੰਮ੍ਰਿਤ ਛਕਿਆ ਹੋਇਆ ਹੈ, ਮੈਂ ਅੰਮ੍ਰਿਤਧਾਰੀ ਸਿੰਘ ਹਾਂ ਅਤੇ ਮੈਂ ਹਰ ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਜਾਂਦਾ, ਉੱਥੇ ਸੇਵਾ ਕਰਦਾ, ਮੈਂ ਇਸ਼ਨਾਨ ਕਰਦਾ ਅਤੇ ਬਾਣੀ ਪੜ੍ਹਦਾ ਹਾਂ। ਕਹਿੰਦਾ ਮੇਰੇ 'ਤੇ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ। ਇੱਕ ਵਾਰ ਕਹਿੰਦਾ ਮੇਰਾ ਬਹੁਤ ਭਿਆਨਕ ਐਕਸੀਡੈਂਟ ਹੋ ਗਿਆ, ਮੇਰੇ ਬਹੁਤ ਸੱਟਾਂ ਲੱਗੀਆਂ ਪਰ ਮੈਂ ਬਚ ਗਿਆ, ਮੇਰੀ ਮੌਤ ਨਹੀਂ ਹੋਈ ਪਰ ਕਸਰ ਕੋਈ ਨਹੀਂ ਰਹੀ, ਬੜਾ ਭਿਆਨਕ ਐਕਸੀਡੈਂਟ ਹੋਇਆ। ਕਹਿੰਦਾ ਵੀ ਮੇਰੀਆਂ ਸੱਟਾਂ ਤਾਂ ਠੀਕ ਹੋ ਗਈਆਂ ਪਰ ਮੇਰੇ ਮਨ ਵਿੱਚ ਡਰ ਬੈਠ ਗਿਆ ਸੀ। ਥੋੜ੍ਹੇ ਸਮੇਂ ਬਾਅਦ, ਕੁਝ ਕੁ ਮਹੀਨਿਆਂ ਬਾਅਦ ਮੈਨੂੰ ਇਹ ਮਹਿਸੂਸ ਹੋਣ ਲੱਗ ਗਿਆ ਵੀ ਜਿਵੇਂ ਮੇਰੀਆਂ ਲੱਤਾਂ ਸੁੰਨ ਹੋ ਗਈਆਂ, ਜਿਵੇਂ ਮੇਰੀਆਂ ਲੱਤਾਂ ਵਿੱਚ ਜਾਨ ਹੀ ਨਾ ਹੋਵੇ। ਮੈਨੂੰ ਐਂ ਲੱਗੇ ਮੈਂ ਤੁਰ ਹੀ ਨਹੀਂ ਸਕਦਾ, ਕਿਉਂਕਿ ਹਾਦਸਾ ਬੜਾ ਭਿਆਨਕ ਸੀ, ਐਕਸੀਡੈਂਟ ਬਹੁਤ ਭਿਆਨਕ ਹੋਇਆ ਸੀ। ਡਰ ਬਹਿ ਗਿਆ ਅੰਦਰ ਮੇਰੇ, ਸਹਿਮ ਬਹਿ ਗਿਆ ਮੇਰੇ ਅੰਦਰ। ਕਹਿੰਦਾ ਮੇਰਾ ਤੁਰਨਾ ਫਿਰਨਾ ਮੁਸ਼ਕਿਲ ਹੋ ਗਿਆ, ਮੈਥੋਂ ਤੁਰਿਆ ਨਾ ਜਾਇਆ ਕਰੇ। ਆਖਿਰਕਾਰ ਮੈਂ ਮੰਜੇ 'ਤੇ ਬਹਿ ਗਿਆ, ਤੁਰਨ ਕੰਨੋਂ ਮੈਂ ਬਿਲਕੁਲ ਰਹਿ ਗਿਆ, ਮੇਰੀਆਂ ਲੱਤਾਂ ਕੰਮ ਛੱਡ ਗਈਆਂ। ਡਾਕਟਰ ਨੇ ਮੇਰੇ ਕਈ ਚੈੱਕਅਪ ਕੀਤੇ, ਲੱਤਾਂ ਵੀ ਦੇਖੀਆਂ, ਪਰ ਕੋਈ ਐਡਾ ਕੋਈ ਖਾਸ ਨੁਕਸ ਨਹੀਂ ਆਇਆ। ਮੇਰੇ ਪਰਿਵਾਰ ਦੇ ਬੜੇ ਦੁਖੀ ਤੇ ਹੈਰਾਨ ਸਨ। ਡਾਕਟਰ ਨੇ ਸੋਚਿਆ ਸ਼ਾਇਦ ਕੋਈ ਸਿਰ ਵਿੱਚ ਨਾ ਸੱਟ ਲੱਗੀ ਹੋਵੇ। ਡਾਕਟਰ ਨੇ CT ਸਕੈਨ ਵੀ ਕਰਾਇਆ, MRI ਵੀ ਕਰਾਈ, ਪਰ ਸਿਰ ਦੇ ਵਿੱਚ ਕੋਈ ਨੁਕਸ ਨਹੀਂ ਸੀ। ਸਾਰੀਆਂ ਰਿਪੋਰਟਾਂ ਨੋਰਮਲ ਆਈਆਂ। ਆਖਿਰਕਾਰ ਮੈਨੂੰ ਡਾਕਟਰ ਨੇ ਕਹਿਤਾ ਵੀ ਤੂੰ ਠੀਕ ਹੈ, ਤੈਨੂੰ ਕੋਈ ਰੋਗ ਨਹੀਂ ਹੈ। ਬਸ ਉਹ ਐਕਸੀਡੈਂਟ ਦਾ ਡਰ ਹੀ ਮੇਰੇ ਮਨ ਵਿੱਚ ਬਹਿ ਗਿਆ। ਮੈਂ ਚੱਲ ਨਹੀਂ ਸੀ ਸਕਦਾ। ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮੇਰੇ ਵਿੱਚ ਜਾਨ ਨਹੀਂ ਸੀ, ਮੇਰੇ ਵਿੱਚ ਤਾਕਤ ਨਹੀਂ ਸੀ। ਬਹੁਤ ਜ਼ੋਰ ਲਾਇਆ, ਚੱਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੀਆਂ ਲੱਤਾਂ ਨੇ ਸਾਥ ਨਹੀਂ ਦਿੱਤਾ। ਹੋਇਆ ਕੀ, ਕਹਿੰਦਾ ਦਿਨ ਲੰਘੇ, ਮਹੀਨੇ ਲੰਘੇ, ਸਾਲ ਲੰਘੇ, ਪਰ ਮੈਂ ਮੰਜੀ 'ਤੇ ਪਿਆ ਸੀ। ਇੱਕ ਦਿਨ ਮੇਰੀ ਪਤਨੀ ਨੇ ਕਿਹਾ ਵੀ ਤੁਸੀਂ ਐਵੇਂ ਡਰੀ ਜਾਂਦੇ ਹੋ, ਤੁਸੀਂ ਉੱਠੋ ਅਤੇ ਤੁਰੋ, ਚੱਲੋ, ਕੁਛ ਨਹੀਂ ਹੋਇਆ, ਕੁਛ ਨਹੀਂ ਹੁੰਦਾ ਤੁਹਾਨੂੰ, ਤੁਸੀਂ ਤੁਰਨ ਦੀ ਕੋਸ਼ਿਸ਼ ਕਰੋ। ਆਖਿਰਕਾਰ ਮੇਰੇ ਘਰ ਵਾਲੀ ਨੇ ਜਿੱਦ ਕੀਤੀ, ਮੈਂ ਤੁਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਜਦੋਂ ਤੁਰਨ ਲੱਗਿਆ ਤੇ ਤੁਰਦਿਆਂ ਤੁਰਦਿਆਂ ਮੈਂ ਤਿਲਕ ਗਿਆ ਤੇ ਡਿੱਗ ਪਿਆ। ਡਿੱਗਣ ਕਰਕੇ ਮੇਰੇ ਲੱਕ 'ਤੇ ਸੱਟ ਵੱਜੀ। ਜਦੋਂ ਚੈੱਕਅਪ ਕਰਾਇਆ ਤੇ ਰੀੜ੍ਹ ਦੀ ਹੱਡੀ ਦੇ ਮੇਰੇ 2 ਮਣਕੇ ਹਿੱਲ ਗਏ। ਅੱਗੇ ਤਾਂ ਮੈਂ ਤੁਰ ਨਹੀਂ ਸੀ ਸਕਦਾ, ਹੁਣ ਕਹਿੰਦਾ ਮੈਂ ਬੈਠਣ ਤੋਂ ਵੀ ਗਿਆ, ਬੈਠਣ ਜੋਗਾ ਵੀ ਨਹੀਂ ਰਿਹਾ, ਮੇਰੇ ਮਣਕੇ ਹਿੱਲ ਗਏ, ਰੀੜ੍ਹ ਦੀ ਹੱਡੀ ਹਿੱਲ ਗਈ। ਬੜੀ ਭੈੜੀ ਸੱਟ ਵੱਜੀ ਡਿੱਗਣ ਕਰਕੇ। ਉਹ ਕਹਿੰਦਾ ਵੀ ਮੈਂ ਮੰਜੀ 'ਚ ਪੈ ਗਿਆ, ਪਰ ਮੈਂ 6 ਮਹੀਨਿਆਂ ਤੱਕ ਮੇਰੀ ਢੂਈ ਠੀਕ ਹੋ ਗਈ, ਮੇਰੇ ਮਣਕੇ ਠੀਕ ਹੋ ਗਏ, ਪਰ ਮੇਰੀਆਂ ਲੱਤਾਂ ਨਹੀਂ ਠੀਕ ਹੋਈਆਂ। ਉਹ ਮੇਰਾ ਇਲਾਜ ਹੋ ਗਿਆ, ਰਿਕਵਰੀ ਹੋ ਗਈ ਅਤੇ ਘਰ ਵਿੱਚ ਕਮਾਉਣ ਵਾਲਾ ਮੈਂ ਹੀ ਸੀ ਸਿਰਫ। ਮੈਂ ਪਤਨੀ ਨੂੰ ਕਿਹਾ ਵੀ ਤੂੰ ਮੈਨੂੰ ਕਿਰਪਾ ਕਰ, ਰੋਜ਼ ਦਰਬਾਰ ਸਾਹਿਬ ਲੈ ਕੇ ਜਾਇਆ ਕਰ, ਮੈਨੂੰ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਰੋਜ਼ ਦਰਸ਼ਨ ਕਰਾ ਦਿਆ ਕਰ। ਉਹ ਕਹਿੰਦਾ ਵੀ ਮੈਂ ਸ਼ਾਇਦ ਕੋਈ ਪਾਪ ਕੀਤਾ, ਕੋਈ ਗਲਤੀ ਹੋ ਗਈ ਮੇਥੋਂ, ਤਾਂ ਹੀ ਮੇਰਾ ਆਹੀ ਹਾਲ ਹੋਇਆ ਪਿਆ, ਕੋਈ ਗਲਤੀ ਕੀਤੀ ਹੈ ਜੀਵਨ ਵਿੱਚ, ਤਾਂ ਹੀ ਸਜ਼ਾ ਮਿਲ ਰਹੀ ਹੈ, ਤਾਂ ਹੀ ਮੈਂ ਇਹ ਹਾਲਾਤ ਭੁਗਤ ਰਿਹਾ ਮੈਂ। ਉਹ ਕਹਿੰਦਾ ਵੀ ਮੇਰੇ ਘਰ ਵਾਲੀ ਮੈਨੂੰ ਰੋਜ਼ ਵੀਲ ਚੇਅਰ 'ਤੇ ਲੈ ਕੇ ਜਾਇਆ ਕਰੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਾਉਣ, ਰੋਜ਼ ਜਾਣਾ, ਬਾਣੀ ਪੜ੍ਹਨੀ, ਦਰਸ਼ਨ ਕਰਨੇ, ਆ ਜਾਣਾ। ਉਹ ਕਹਿੰਦਾ ਮੈਂ ਦਰਬਾਰ ਸਾਹਿਬ ਜਾਣਾ, ਪਰਿਕਰਮਾ ਵਿੱਚ ਬੈਠਣਾ, ਕੀਰਤਨ ਸੁਣਨਾ ਤੇ ਅਰਦਾਸ ਕਰਨੀ, ਧੰਨ ਗੁਰੂ ਰਾਮਦਾਸ ਜੀ ਮੈਥੋਂ ਜੀ ਕੀ ਗਲਤੀ ਹੋ ਗਈ, ਕੀ ਪਾਪ ਹੋ ਗਿਆ, ਮੈਨੂੰ ਬਖਸ਼ ਲਓ, ਬਖਸ਼ ਲਓ ਸੱਚੇ ਪਾਤਸ਼ਾਹ,
जे कोई गलती हुई है तो आप बख्शनहारो, मैनू तंदुरुस्ती बख्शो, मैनू ठीक कर दो। मैं रोज़ाना जाना, रोज़ाना अरदास करनी। हौली हौली होया कि मैनू देख के मेरी पत्नी भी कहता परेशान रहन लग पई, वो भी मानसिक परेशानी नाल जूझन लग पई, दुखी हो गई, मानसिक तौर ते बड़ी दुखी सी, क्योंकि मेरी पत्नी तो अलावा ਉਹਦਾ ਹੋਰ ਕੋਈ ਨਹੀਂ ਸੀ। ਮੇਰੇ ਤੋਂ ਇਲਾਵਾ ਮੇਰੀ ਪਤਨੀ ਦਾ ਹੋਰ ਕੋਈ ਨਹੀਂ ਸੀ। ਉਹਦੇ ਮਾਤਾ ਪਿਤਾ ਵੀ ਨਹੀਂ ਸਨ, ਸਿਰਫ ਮੈਂ ਹੀ ਸੀ ਉਹਦਾ। ਮਾਤਾ ਪਿਤਾ ਉਹਦੇ ਚੱਲ ਵਸੇ, ਇਸ ਕਰਕੇ ਉਹ ਮੇਰੀ ਹਾਲਤ ਦੇਖ ਕੇ ਬਹੁਤ ਦੁਖੀ ਸੀ ਤੇ ਮਾਨਸਿਕ ਪਰੇਸ਼ਾਨ ਹੋ ਗਈ। ਇੱਕ ਦਿਨ ਕਹਿੰਦਾ ਅਸੀਂ ਬਰਾਂਡੇ ਵਿੱਚ ਬੈਠੇ ਸੀ, ਕੁਝ ਕੁ ਸੰਗਤਾਂ ਪਾਠ ਕਰ ਰਹੀਆਂ ਸੀ, ਕੁਝ ਕੁ ਸੰਗਤਾਂ ਸੁੱਤੀਆਂ ਹੋਈਆਂ ਸੀ। मेरी पत्नी भी उत्थे सौ गई तो मैं पाठ करके अरदास कर रहा सी, अखां बंद करके अरदास कीती। पर कहंदा जदों मैं अखां खोलियां अरदास करके ते सामने 20 फुट लम्मा नाग जिहड़ा फण खिलार के खड़ा सी ते फुंकारे मार रहा सी। मैं कहंदा अज तक इह जिहा सप नहीं सी देखिया, नाग नहीं सी देखिया। मैं देख के हैरान हो गया, मेरे दिल की धड़कन वध गई भी सामने सप एडा वड्डा नाग फुंकारे मार। कहता जदों मेरे नेड़े आउण दी उन्हें कोशिश की, मेरे वल नूं तुरिया ते कहता मैं बहुत ज़्यादा डर गया, मैनूं त्रेलियां आ गईयां ते मैं अपनी व्हील चेयर तो उठ के भज लिया, दरबार साहिब दे वल नूं मैं भज लिया। वो कहता मैं जदों काफ़ी वाट भज गया तो मैं पिछे मुड़ के वेख्या ते पिछे कुछ भी ना, वो नाग नहीं सी पिछे। जदों नाग ना वेख्या तो मेरे साह च साह आ गया भी शुक्र है चलिया गया। मैं कहता पुठा जाके व्हील चेयर ते बह गया। कहता भी जदों मैं व्हील चेयर ते आके बैठा तो मैनू लगा भी मैनू नींद करके कोई बुरा सुपना आया। पर कहता मैनू फिर एहसास होया भी मैं तो भज गया सी उठ के, ये की देख रहा मैं। कहता सुपना है कि सच है। कहता मैं सरोवर च इशनान किया, मैं तुरया, मैं हैरान हो गया भी मैं तुर रहा, मैं चल रहा, तुर फिर रहा, मैं ये तो सच्चाई है, कोई सुपना नहीं है। वो कहता भी मैं इशनान करके जो अपनी पत्नी कोल आया, पत्नी नूं उठाया, वेख मैं चलन लग पिया, उहनूं मैं चल के तुर के विखाया, वो बड़ी खुश हुई। असल दे विच कहंदा परमात्मा ने, रब ने मेरे डर नूं कढण वास्ते एक होर डर पैदा कीता। परमात्मा ने एक बहाना बनाया, मेरे अंदर डर बैठा होया सी ते डर दे राही एक डर ने मेरा दूजा डर कढता। कहंदा जदों मैं डरिया ते मैं भज लिया, बड़ा खुश होया, बड़ी किरपा की धन गुरु रामदास जी ने। परमात्मा साडे अंदर ही है, अरदास करिए वो अरदास जरूर कबूल करता है। कमेंट विच जाके वाहिगुरू लिखना ना भुलना। वीडियो नूं पूरा देखण लई धन्नवाद। बुलाओ फतेह। वाहिगुरू जी का खालसा, वाहिगुरू जी की फतेह।